ਜੇ ਤੁਸੀਂ ਵੀ ਹਿੰਦੀ ਵਿੱਚ ਪ੍ਰੇਰਕ ਕਹਾਣੀ ਪੜ੍ਹਨਾ ਪਸੰਦ ਕਰਦੇ ਹੋ ਤਾਂ ਤੁਸੀਂ ਸਹੀ ਜਗ੍ਹਾ ਤੇ ਹੋ। ਇਹ ਇੱਕ ਦੁਖੀ ਮੁੰਡੇ ਦੀ ਕਹਾਣੀ ਹੈ ਜੋ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨ ਸੀ। ਫਿਰ ਉਹ ਇੱਕ ਬਾਬੇ ਨੂੰ ਮਿਲਦਾ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਆਓ ਪੜ੍ਹੀਏ। ਹਿੰਦੀ ਵਿੱਚ ਪ੍ਰੇਰਨਾਦਾਇਕ ਕਹਾਣੀ। ਇੱਕ ਵਾਰ ਦੀ ਗੱਲ ਹੋ, ਇੱਕ ਮੁੰਡਾ ਇੱਕ ਬਜ਼ੁਰਗ ਬਾਬੇ ਕੋਲ ਜਾਂਦਾ ਹੈ। ਉਹ ਮੁੰਡਾ ਆਪਣੀ ਜ਼ਿੰਦਗੀ ਵਿੱਚ ਬਹੁਤ ਦੁਖੀ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ਸੀ ਅਤੇ ਇਸ ਕਾਰਨ ਉਹ ਨਹੀਂ ਜਾਣਦਾ ਸੀ ਕਿ ਆਪਣੇ ਆਪ ਨੂੰ ਕਿੰਨਾ ਸਮਾਂ ਦੇਣਾ ਹੈ ਅਤੇ ਉਸਨੇ ਦਿਨ ਰਾਤ ਕੰਮ ਕੀਤਾ। ਉਹ ਇਹ ਵੀ ਨਹੀਂ ਜਾਣਦਾ ਸੀ ਕਿ ਆਪਣੇ ਦੋਸਤਾਂ ਅਤੇ ਆਪਣੇ ਪਰਿਵਾਰ ਨੂੰ ਕਿਵੇਂ ਸਮਾਂ ਦੇਣਾ ਹੈ। ਉਸਦੇ ਦੋਸਤ ਬਾਹਰ ਸੈਰ ਕਰਨ ਜਾਂਦੇ ਸਨ ਪਰ ਪਤਾ ਨਹੀਂ ਸੀ ਅਤੇ ਇਸ ਕਾਰਨ ਉਸਦੀ ਖੁਸ਼ੀ ਖੋਹ ਲਈ ਗਈ। ਇੱਥੋਂ ਤੱਕ ਕਿ ਉਸਨੂੰ ਇਹ ਵੀ ਨਹੀਂ ਪਤਾ ਸੀ ਕਿ ਉਸਨੇ ਆਖਰੀ ਵਾਰ ਕਦੋਂ ਸੱਚਮੁੱਚ ਖੁਸ਼ ਮਹਿਸੂਸ ਕੀਤਾ ਸੀ, ਕਿਉਂਕਿ ਉਹ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਸੀ ਅਤੇ ਉਸਦੀ ਮਾਨਸਿਕ ਸਿਹਤ ਵੀ ਵਿਗੜ ਰਹੀ ਸੀ। ਇਸ ਲਈ ਇੱਕ ਦਿਨ ਉਹ ਇੱਕ ਬਜ਼ੁਰਗ ਬਾਬੇ ਕੋਲ ਜਾਂਦਾ ਹੈ ਅਤੇ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦੱਸਦਾ ਹੈ। ਮੈਂ ਬਹੁਤ ਪਰੇਸ਼ਾਨ ਮਹਿਸੂਸ ਕਰਨ ਲੱਗਾ ਹਾਂ। ਮੈਂ ਆਪਣੇ ਆਪ ਨੂੰ ਵੀ ਸਮਾਂ ਨਹੀਂ ਦੇ ਪਾ ਰਿਹਾ ਹਾਂ ਅਤੇ ਜਦੋਂ ਮੈਂ ਆਪਣੇ ਲਈ ਸਮਾਂ ਕੱਢਣ ਬਾਰੇ ਸੋਚਦਾ ਹਾਂ ਤਾਂ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਯਾਦ ਆਉਂਦੀਆਂ ਹਨ। ਮੈਂ ਪਾਗਲ ਹੋ ਗਿਆ ਹਾਂ। ਹੁਣ ਤੁਸੀਂ ਕਿਰਪਾ ਕਰਕੇ ਮੈਨੂੰ ਕੋਈ ਰਸਤਾ ਦਿਖਾਓ। ਬੁੱਢੇ ਨੇ ਮੁੰਡੇ ਨੂੰ ਕੱਲ ਨਦੀ ਦੇ ਨੇੜੇ ਆਉਣ ਲਈ ਕਿਹਾ। ਕੱਲ ਜਦੋਂ ਲੜਕਾ ਨਦੀ ਤੇ ਗਿਆ ਤਾਂ ਉਸਨੇ ਦੇਖਿਆ ਕਿ ਬਜ਼ੁਰਗ ਬਾਬਾ ਪਹਿਲਾਂ ਹੀ ਉਸਦੀ ਉਡੀਕ ਕਰ ਰਿਹਾ ਸੀ। ਮੁੰਡਾ ਬਾਬੇ ਨੂੰ ਕਹਿੰਦਾ, ਬਾਬਾ ਦੱਸੋ ਹੁਣ ਮੈਂ ਕੀ ਕਰਨਾ ਹੈ। ਤਾਂ ਬੁੱਢਾ ਬਾਬਾ ਉਸ ਮੁੰਡੇ ਨੂੰ ਕਹਿੰਦਾ, ਮੈਂ ਦੱਸਾਂਗਾ, ਪਰ ਪਹਿਲਾਂ ਸਾਨੂੰ ਨਦੀ ਦੇ ਉਸ ਪਾਸੇ ਜਾਣਾ ਪਵੇਗਾ। ਭਾਵ ਨਦੀ ਦੇ ਉਸ ਕੰਢੇ ਪਹੁੰਚ ਕੇ ਮੈਂ ਤੁਹਾਨੂੰ ਦੱਸਾਂਗਾ ਜੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਮੁੰਡੇ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਬੋਲੇ। ਮੈਂ ਉਸ ਦਰਿਆ ਦੇ ਕੰਢੇ ਪਹੁੰਚ ਕੇ ਹੀ ਕਿਉਂ ਦੱਸਾਂ। ਪਰ ਫਿਰ ਵੀ ਮੁੰਡੇ ਨੇ ਬਾਬੇ ਨੂੰ ਕਿਹਾ, ਚਲੋ ਨਦੀ ਪਾਰ ਕਰਕੇ ਨਦੀ ਦੇ ਦੂਜੇ ਪਾਸੇ ਚੱਲੀਏ। ਮੁੰਡੇ ਨੂੰ ਸਮਝ ਨਹੀਂ ਆਈ ਕਿ ਉਹ ਕੀ ਬੋਲੇ। ਮੈਂ ਉਸ ਦਰਿਆ ਦੇ ਕੰਢੇ ਪਹੁੰਚ ਕੇ ਹੀ ਕਿਉਂ ਦੱਸਾਂ। ਪਰ ਫਿਰ ਵੀ ਮੁੰਡੇ ਨੇ ਬਾਬੇ ਨੂੰ ਕਿਹਾ, ਚਲੋ ਨਦੀ ਪਾਰ ਕਰਕੇ ਨਦੀ ਦੇ ਦੂਜੇ ਪਾਸੇ ਚੱਲੀਏ। ਤਾਂ ਬਾਬੇ ਨੇ ਉਸ ਨੂੰ ਕਿਹਾ, ਅਜਿਹਾ ਨਹੀਂ, ਅਸੀਂ ਇਸ ਨੂੰ ਉਦੋਂ ਹੀ ਕਿਨਾਰੇ ਤੇ ਲੈ ਜਾਵਾਂਗੇ ਜਦੋਂ ਇਸ ਨਦੀ ਦਾ ਸਾਰਾ ਪਾਣੀ ਸੁੱਕ ਜਾਵੇਗਾ। ਜਦੋਂ ਇਸ ਨਦੀ ਦੀ ਧਰਤੀ ਦਿਖਾਈ ਦੇਣ ਲੱਗ ਪਵੇਗੀ ਫਿਰ ਅਸੀਂ ਦੋਵੇਂ ਇਸ ਨਦੀ ਵਿੱਚੋਂ ਲੰਘਾਂਗੇ, ਨਦੀ ਨੂੰ ਪਾਰ ਕਰਕੇ ਇਸ ਦੇ ਕਿਨਾਰੇ ਜਾਵਾਂਗੇ। ਮੁੰਡੇ ਨੇ ਬਾਬੇ ਵੱਲ ਦੇਖ ਕੇ ਕਿਹਾ, ਬਾਬਾ ਇਹ ਕੀ ਕਹਿ ਰਹੇ ਹੋ। ਜਦੋਂ ਇਸ ਨਦੀ ਦਾ ਸਾਰਾ ਪਾਣੀ ਸੁੱਕ ਜਾਵੇਗਾ ਤਾਂ ਕਿ ਅਸੀਂ ਇਸ ਨਦੀ ਨੂੰ ਪਾਰ ਕਰਕੇ ਦੂਜੇ ਪਾਸੇ ਜਾਵਾਂਗੇ। ਇਸ ਲਈ ਸ਼ਾਇਦ ਅਜਿਹਾ ਕਦੇ ਨਹੀਂ ਹੋਵੇਗਾ, ਪਰ ਅਸੀਂ ਉਸ ਪਾਸੇ ਨਹੀਂ ਜਾ ਸਕਾਂਗੇ। ਇਹ ਕਹਿ ਕੇ ਮੁੰਡਾ ਸਮਝ ਗਿਆ ਕਿ ਬਾਬਾ ਉਸ ਨੂੰ ਕੀ ਕਹਿਣਾ ਚਾਹੁੰਦਾ ਹੈ। ਬਾਬਾ ਨੇ ਉਸ ਵੱਲ ਦੇਖਿਆ ਅਤੇ ਮੁਸਕਰਾਉਂਦੇ ਹੋਏ ਕਿਹਾ, ਇਹ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹੀ ਸੋਚ ਰਹੇ ਹੋ ਕਿ ਜਦੋਂ ਮੇਰੀਆਂ ਸਾਰੀਆਂ ਜ਼ਿੰਮੇਵਾਰੀਆਂ ਖਤਮ ਹੋ ਜਾਣਗੀਆਂ ਤਦ ਮੈਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਾਂਗਾ। ਫਿਰ ਮੈਂ ਆਪਣੇ ਆਪ ਨੂੰ ਸਮਾਂ ਦੇਵਾਂਗਾ, ਫਿਰ ਮਜ਼ੇ ਕਰਾਂਗਾ। ਫਿਰ ਅਜਿਹਾ ਕਦੇ ਨਹੀਂ ਹੋ ਸਕਦਾ ਕਿਉਂਕਿ ਜ਼ਿੰਮੇਵਾਰੀਆਂ ਕਦੇ ਖਤਮ ਨਹੀਂ ਹੋ ਸਕਦੀਆਂ। ਹੁਣ ਮੁੰਡਾ ਸਾਫ਼ ਸਮਝ ਗਿਆ ਕਿ ਭਾਵੇਂ ਅਮੀਰ ਹੋਵੇ ਜਾਂ ਗਰੀਬ, ਹਰ ਕਿਸੇ ਦੀ ਕੋਈ ਨਾ ਕੋਈ ਜ਼ਿੰਮੇਵਾਰੀ ਹੁੰਦੀ ਹੈ ਅਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਵਿੱਚੋਂ ਕੁਝ ਸਮਾਂ ਕੱਢ ਕੇ ਆਨੰਦ ਲੈਂਦਾ ਹੈ ਅਤੇ ਇਸ ਨੂੰ ਜੀਵਨ ਕਿਹਾ ਜਾਂਦਾ ਹੈ। ਦੋਸਤੋ, ਅਸੀਂ ਇਸ ਕਹਾਣੀ ਤੋਂ ਇਹ ਸਬਕ ਸਿੱਖਦੇ ਹਾਂ ਕਿ ਜੀਵਨ ਬਹੁਤ ਛੋਟਾ ਹੈ ਅਤੇ ਸਮਾਂ ਬਹੁਤ ਤੇਜ਼ ਹੈ। ਇਸ ਲਈ ਆਪਣੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣੋ, ਨਹੀਂ ਤਾਂ ਸਮਾਂ ਖਤਮ ਹੋ ਜਾਵੇਗਾ। ਇਸ ਲਈ ਜੇਕਰ ਤੁਸੀਂ ਹਿੰਦੀ ਵਿੱਚ ਇਸ ਪ੍ਰੇਰਨਾਦਾਇਕ ਕਹਾਣੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਇਸ ਕਹਾਣੀ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ।